ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਸੋਇਨੇ ਕੈ ਪਰਬਤ ਗੁਫਾ ਕਰੀ, ਕੈ ਪਾਣੀ ਪਿਆਲ, ਕੈ ਵਿਚ ਧਰਤੀ ਕੈ ਆਕਾਸੀ, ਉਰਦ ਰਹਾ ਸਿਰ ਭਾਰ। ਸੋਇਨੇ ਕੈ ਪਰਬਤ ਗੁਫਾ ਕਰੀ, ਕੈ ਪਾਣੀ ਪਿਆਲ, ਕੈ ਵਿਚ ਧਰਤੀ ਕੈ ਆਕਾਸੀ, ਉਰਦ ਰਹਾ ਸਿਰ ਭਾਰ। ਪੁਰ ਕਰ ਕਾਇਆ ਕੱਪੜ ਪਹਿਰਾ, ਧੋਵਾਂ ਸਦਾ ਕਾਰ। ਬੱਗਾ ਰੱਤਾ ਪੀਅਲ ਕਾਲ, ਬੇਦਾਂ ਕਰੀ ਪੁਕਾਰ। ਹੋਏ ਕੁਚੀਲ ਰਹਾ ਮਲ ਧਾਰੀ, ਦੁਰਮਤ ਮਤ ਵਿਕਾਰ। ਨਾ ਹਉ ਨਾ ਮੈਂ ਨਾ ਹਉ ਹੋਵਾਂ, ਨਾਨਕ ਸ਼ਬਦ ਵਿਚਾਰ। ਨਾ ਹਉ ਨਾ ਮੈਂ ਨਾ ਹਉ ਹੋਵਾਂ, ਨਾਨਕ ਸ਼ਬਦ ਵਿਚਾਰ। ਵਾਹਿਗੁਰੂ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 139 ਉੱਪਰ ਸੁਭਾਏਮਾਨ ਹਨ। ਇਹਨਾਂ ਪਵਿੱਤਰ ਸ਼ਬਦਾਂ ਰਾਹੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਗਿਆਨ ਬਖਸ਼ਿਸ਼ ਕਰਦੇ ਹਨ। ਆਓ ਸਰਵਣ ਕਰੀਏ। ਉਥਾਨਕਾਂ ਮੁਤਾਬਕ ਦੱਸਦੇ ਹਨ। ਉਥਾਨਕਾਂ ਦਾ ਮਤਲਬ ਹੁੰਦਾ ਹੈ ਸ਼ਬਦ ਕਿਉਂ ਰਚਿਆ ਗਿਆ। ਇਹਦੇ ਰਚਨ ਦਾ ਕਾਰਨ ਪਹਿਲਾਂ ਦੱਸਦੇ ਹਨ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਅਚਲ ਬਟਾਲੇ ਗਏ, ਅਚਲ ਬਟਾਲੇ ਦਾ ਮੇਲਾ ਲੱਗਿਆ ਸ਼ਿਵਰਾਤਰੀ ਦਾ। ਸ਼ਿਵਰਾਤਰੀ ਦੇ ਮੇਲੇ 'ਤੇ ਬੜੇ ਲੋਕ ਇਕੱਠੇ ਹੁੰਦੇ ਆ। ਔਰ ਅਚਲ ਬਟਾਲੇ ਜਿੱਥੇ ਗੋਰਖਨਾਥ ਦੇ ਸਿੱਧ ਜੋਗੀ ਜਾਂਦੇ ਆ, ਉੱਥੇ ਹੋਰ ਵੀ ਅਨੇਕਾਂ ਤਰ੍ਹਾਂ ਦੇ ਸਾਧ ਆਉਂਦੇ ਆ ਅਤੇ ਜਨਤਾ ਇਕੱਠੀ ਹੁੰਦੀ ਆ। ਕੋਈ ਆ ਕੇ ਉੱਥੇ ਧੂਣੀਆਂ ਤਾਪਦਾ, ਕੋਈ ਜਲ ਧਾਰੇ ਕਰਦਾ, ਕੋਈ ਗੁਫਾਵਾਂ ਬਣਾ ਕੇ ਉਹਨਾਂ ਵਿੱਚ ਬਹਿ ਜਾਂਦਾ। ਔਰ ਇਹ ਸਿੱਧ ਵੀ ਉੱਥੇ ਪਹੁੰਚਦੇ ਆ। ਅਤੇ ਅਚਲ ਬਟਾਲੇ ਦੇ ਮੇਲੇ 'ਤੇ ਸਤਿਗੁਰਾਂ ਦੀ ਸਿੱਧਾਂ ਦੇ ਨਾਲ ਗੱਲਬਾਤ ਵੀ ਹੋਈ ਆ। ਔਰ ਸਿੱਧਾਂ ਨੇ ਉੱਥੇ ਗੁੱਸਾ ਵੀ ਕੀਤਾ ਜਦੋਂ ਸਾਰੀ ਜਨਤਾ ਜਿਹੜੀ ਪਹਿਲਾਂ ਜੋਗੀਆਂ ਦੀ ਚੇਲਾ ਸੀ, ਜੋਗੀਆਂ ਨੂੰ ਮੰਨਦੀ ਸੀ, ਗੋਰਖਨਾਥ ਵਰਗਿਆਂ ਨੂੰ ਮੰਨਦੀ ਸੀ, ਉਹ ਸਾਰੀ ਜਨਤਾ ਬਾਬੇ ਨਾਨਕ ਦੀ ਮਹਿਮਾ ਸੁਣ ਕੇ ਉਹਨਾਂ ਕੋਲ ਆ ਬੈਠੀ। ਅਤੇ ਆਪਾਂ ਭਾਈ ਗੁਰਦਾਸ ਜੀ ਦੀਆਂ 12 'ਚੋਂ ਪੜ੍ਹਿਆ ਕਿ ਸਿੱਧਾਂ ਨੂੰ ਗੁੱਸਾ ਆਇਆ ਬਾਬੇ ਨਾਨਕ 'ਤੇ। ਔਰ ਉੱਥੇ ਇੱਕ ਰਾਸ ਲੀਲਾ ਕਰ ਰਹੇ ਸੀ ਕ੍ਰਿਸ਼ਨ ਜੀ ਦਾ ਜੀਵਨ ਦਾ ਨਾਟਕ। ਰਾਮ ਲੀਲਾ ਹੁੰਦੀ ਹੈ ਰਾਮ ਦੇ ਜੀਵਨ ਦਾ ਨਾਟਕ, ਰਾਸ ਲੀਲਾ ਹੁੰਦੀ ਹੈ ਕ੍ਰਿਸ਼ਨ ਦੇ ਜੀਵਨ ਦਾ ਨਾਟਕ। ਉਹ ਰਾਸ ਲੀਲਾ ਪਾਈ ਜਾ ਰਹੀ ਸੀ, ਨਾਟਕ ਕਰਕੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਸੀ। ਅਤੇ ਲੋਕ ਜਿਹੜੇ ਸਨ ਉਹਨਾਂ ਦੇ ਘੜੇ ਵਿੱਚ ਪੈਸੇ ਪਾ ਰਹੇ ਸਨ। ਮਟਕਾ ਰੱਖਿਆ ਸੀ ਮੂਹਰੇ ਪੈਸਿਆਂ ਦੇ ਲਈ, ਅਤੇ ਲੋਕ ਉਹਦੇ ਵਿੱਚ ਰੁਪਈਏ ਪਾ ਰਹੇ ਸੀ। ਸਿੱਧਾਂ ਨੂੰ ਗੁੱਸਾ ਆਇਆ, ਚੱਕ ਕੇ ਉਹ ਰਾਸ ਲੀਲਾ ਵਾਲਿਆਂ ਦਾ ਮਟਕਾ ਹੀ ਗਾਇਬ ਕਰਤਾ ਰਿੱਧੀਆਂ ਸਿੱਧੀਆਂ ਦੇ ਨਾਲ। ਭਾਈ ਗੁਰਦਾਸ ਜੀ ਕਹਿੰਦੇ ਭਗਤੀਆਂ ਭੁੱਲੀ ਭਗਤ ਫਿਰ ਰਾਸਲੀਲਾ ਪਾਉਣ ਵਾਲ ਨੂੰ ਰਾਸਲੀਲਾ ਭੁੱਲ ਗਈ, ਕਿਉਂਕਿ ਧਿਆਨ ਮਾਇਆ ਵਿੱਚ ਵੀ ਹੁੰਦਾ ਭਾਈ।
ਉਹਨਾਂ ਦੀ ਮਾਇਆ ਹੀ ਗਾਇਬ ਕਰਤੀ ਸਾਰੀ। ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਤੋਂ ਮਾਇਆ ਲੈਣ ਦੀ, ਨਾ ਦਿੱਤੀ। ਅਖੀਰ ਉਹਨਾਂ ਨੇ ਵੀ ਜਾ ਕੇ ਬਾਬੇ ਨਾਨਕ ਨੂੰ ਬੇਨਤੀ ਕੀਤੀ, ਜੇ ਅਸੀਂ ਉੱਥੇ ਰਸ ਲੀਲਾ ਪਾ ਰਹੇ ਸੀ ਤੇ ਸਾਡਾ ਮਟਕਾ ਪੈਸਿਆਂ ਵਾਲਾ ਘੜਾ ਲੁਕੋ ਦਿੱਤਾ ਜੋਗੀਆਂ ਨੇ, ਦਿੰਦੇ ਨਹੀਂ। ਗੁਰੂ ਸਾਹਿਬ ਜੀ ਨੇ ਆਪਣੀ ਅੰਤਰਜਾਮਤਾ ਨਾਲ ਜਿੱਥੇ ਉਹਨਾਂ ਨੇ ਘੜਾ ਲੁਕੋਇਆ ਸੀ ਲੱਭ ਕੇ ਦੇਤਾ, ਕਹਿੰਦੇ ਆ ਲਓ। ਫਿਰ ਉਹਨਾਂ ਨੂੰ ਬਾਬੇ ਨਾਨਕ 'ਤੇ ਗੁੱਸਾ ਆ ਗਿਆ ਵੀ ਇਹਨੇ ਸਾਡੀ ਹੇਠੀ ਕਰਾ ਦਿੱਤੀ। ਉਹਨਾਂ ਨੇ ਉਸ ਵੇਲੇ ਬਾਬੇ ਨਾਨਕ ਨੂੰ ਕੋਸ਼ਿਸ਼ ਕੀਤੀ, ਅਨੇਕਾਂ ਪ੍ਰਸ਼ਨ ਕੀਤੇ, ਜਿਵੇਂ ਸਿੱਧ ਗੋਸ਼ਟ ਵੀ ਬਾਣੀ ਵਿੱਚ ਉਚਾਰੀ ਹੈ, ਜੋਗੀਆਂ ਨਾਲ ਸਵਾਲ ਜਵਾਬ ਹਨ, ਸਿੱਧ ਗੋਸ਼ਟ ਵੀ ਹੋਈ, ਹੋਰ ਵੀ ਗੱਲਾਂ ਬਾਤਾਂ ਹੋਈਆਂ। ਜਦੋਂ ਇਹ ਹਾਰ ਗਏ ਤਾਂ ਫਿਰ ਬਾਬੇ ਦੇ ਕੋਲੋਂ ਪਰਮੇਸ਼ਰ ਨੂੰ ਮਿਲਣ ਦਾ ਰਸਤਾ ਪੁੱਛਦੇ। ਜਦੋਂ ਹਾਰ ਗਏ ਨਾ, ਹੰਭ ਗਏ, ਫਿਰ ਗੁਰੂ ਨਾਨਕ ਨੂੰ ਕਹਿੰਦੇ ਆ, ਫਿਰ ਦੱਸੋ ਰੱਬ ਕਿਵੇਂ ਮਿਲੇਗਾ, ਤੁਸੀਂ ਦੱਸੋ, ਅਸੀਂ ਕੀ ਕਰੀਏ। ਤਾਂ ਫਿਰ ਧੰਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਮਾਰਗ ਦਰਸ਼ਨ ਕਰਦਿਆਂ ਉਹਨਾਂ ਦਾ ਜਿਹੜਾ ਇਹ ਸਵਾਲ ਸੀ ਇਹਦਾ ਜਵਾਬ ਦਿੱਤਾ ਤੇ ਉਹਨਾਂ ਦਾ ਮਾਰਗ ਦਰਸ਼ਨ ਕੀਤਾ, ਉਹਨਾਂ ਨੂੰ ਰਸਤਾ ਦਿਖਾਇਆ। ਇਹ ਦੂਸਰੀ ਗੱਲ ਹੈ ਕਿ ਕਿਸੇ ਨੇ ਗੁਰੂ ਨਾਨਕ ਦੀਆਂ ਗੱਲਾਂ ਉਸ ਵੇਲੇ ਮੰਨੀਆਂ, ਕਿਸੇ ਨੇ ਨਹੀਂ ਮੰਨੀਆਂ। ਕਈਆਂ ਨੇ ਉਹਨਾਂ ਨੂੰ ਭੂਤਨਾ, ਬੇਤਾਲਾ, ਕਮਲਾ ਆਦਿ ਪਤਾ ਨਹੀਂ ਕੀ ਕੁਝ ਕਿਹਾ। ਜਿਨ੍ਹਾਂ ਨੇ ਗੱਲ ਮੰਨੀ ਉਹਨਾਂ ਦਾ ਭਲਾ ਹੋ ਗਿਆ, ਜੇ ਨਹੀਂ ਮੰਨੀ ਉਹਨਾਂ ਦੇ ਭਾਗ। ਖੈਰ, ਇਹ ਬਚਨ ਜਿਹੜੇ ਆਪਾਂ ਹੁਣ ਆਰੰਭ ਕੀਤੇ ਹੈ ਰਾਗ ਮਾਝ ਦੀ ਵਾਰ 'ਚੋਂ ਅੰਗ 139 ਤੇ ਜੋਗੀ ਪੁੱਛਦੇ ਹਨ ਕਿ ਮਹਾਰਾਜ ਫਿਰ ਪਰਮੇਸ਼ਰ ਨੂੰ ਕਿਵੇਂ ਮਿਲਿਆ ਜਾਈਏ, ਕਿ ਅਸੀਂ ਜਿਹੜਾ ਹੈ ਗੁਫਾ ਵਿੱਚ ਬੈਠ ਕੇ ਰੱਬ ਨੂੰ ਪਾ ਸਕਦੇ ਹਾਂ, ਧਰਤੀ ਪੱਟ ਕੇ ਥੱਲੇ ਬੈਠ ਜਾਈਏ, ਕਪਾਲੀ ਆਸਨ, ਪੁੱਠਾ ਲਮਕਣਾ, ਸਿਰ ਥੱਲੇ ਕਰਕੇ, ਲੱਤਾਂ ਤਾਂ ਕਰਕੇ, ਕਿੰਨਾ ਕਿੰਨਾ ਚਿਰ ਖੜੇ ਰਹਿਣਾ, ਵੇਦਾਂ ਦੇ ਪਾਠੀ ਬਣ ਕੇ ਪਾ ਸਕਦੇ ਹਾਂ, ਕਿ ਸਰੀਰ ਨੂੰ ਢੱਕ ਕੇ ਰੱਖਣ ਦੇ ਨਾਲ ਪਾ ਸਕਦੇ ਹਾਂ, ਨੇਤੀ ਧੋਤੀ ਕਰਨ ਦੇ ਨਾਲ ਪਾ ਸਕਦੇ ਹਾਂ, ਜਾਂ ਘੋਰੀ ਬਣ ਜਾਈਏ, ਕਿਉਂਕਿ ਇੰਨੇ ਤਰ੍ਹਾਂ ਦੇ ਸੰਸਾਰ ਵਿੱਚ ਪੰਥ ਚੱਲਦੇ ਆ। ਘੋਰੀ ਸਾਧ ਨਹੀਂ ਹੁੰਦੇ ਜਿਹੜੇ ਨਹਾਉਂਦੇ ਹੀ ਨਹੀਂ ਗਏ, ਕੁੱਤਿਆਂ ਦੇ ਨਾਲ ਹੀ ਖਾਈ ਪੀ ਜਾਂਦੇ ਆ। ਕਿ ਅਸੀਂ ਸਰੀਰ ਨੂੰ ਰੋਜ਼ਾਨਾ ਧੋਣ ਕੇ ਪਾ ਸਕਦੇ ਹਾਂ ਰੱਬ ਨੂੰ, ਜਾਂ ਘੋਰੀ ਰਹਿ ਕੇ, ਅਪਵਿੱਤਰ ਰਹਿ ਕੇ, ਗੰਦੇ ਰਹਿ ਕੇ। ਇਹਨਾਂ ਕਰਮਾਂ ਨੂੰ ਕਰਕੇ ਕਿਹੜਾ ਕਰਮ ਸਹੀ ਹੈ ਜਿਹਦੇ ਰਾਹੀਂ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਫਿਰ ਉੱਥੇ ਸ਼ਬਦ ਉਚਾਰਿਆ, ਸ਼ਲੋਕ ਮਹੱਲਾ ਪਹਿਲਾ, ਸੋਇਨੇ ਕੈ ਪਰਬਤ ਗੁਫਾ ਕਰੀ, ਕੈ ਪਾਣੀ ਪਿਆਲ। ਸੋਨੇ ਦਾ ਪਹਾੜ ਸ਼ਮੇਰ ਪਰਬਤ ਨੂੰ ਕਹਿੰਦੇ ਆ, ਸਭ ਤੋਂ ਉੱਚਾ ਹੈ ਉਹ, ਸਭ ਤੋਂ ਕੀਮਤੀ ਹੈ, ਸੋਨੇ ਦੀ ਨਿਆਈ ਚਮਕਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਭਾਵੇਂ ਕੋਈ ਸ਼ਮੇਰ ਪਰਬਤ ਦੇ ਉੱਤੇ ਜਾ ਕੇ ਗੁਫਾ ਪੱਟ ਕੇ ਉਹਦੇ ਵਿੱਚ ਬੈਠ ਜਾਵੇ, ਕੈ ਪਾਣੀ ਪਿਆਲ, ਭਾਵੇਂ ਇੰਨਾ ਉੱਚਾ ਜਾ ਕੇ ਬੈਠ ਜਾਵੇ ਕਿ ਜਾਂ ਸਾਗਰ ਦੇ ਵਿੱਚ, ਪਾਣੀ ਦੇ ਵਿੱਚ, ਪਤਾਲਾਂ ਜਾ ਕੇ ਬੈਠ ਜਾਵੇ, ਚਾਹੇ ਕੋਈ ਇੰਨਾ ਉੱਚਾ ਜਾ ਕੇ ਪਹਾੜ ਦੀ ਗੁਫਾ 'ਚ ਬੈਠ ਜਾਵੇ, ਚਾਹੇ ਕੋਈ ਨੀਵਾਂ ਜਾ ਕਰਕੇ ਪਤਾਲਾਂ ਵਿੱਚ, ਪਾਣੀ ਵਿੱਚ ਬਹਿ ਜਾਵੇ, ਕੈ ਵਿੱਚ ਧਰਤੇ, ਜਾਂ ਕੋਈ ਧਰਤੀ ਵਿੱਚ ਟੋਹਾ ਪੱਟ ਕੇ ਉਹਦੇ ਵਿੱਚ ਬੈਠ ਜਾਵੇ, ਕੈ ਆਕਾਸ਼ੀ। ਇਹ ਹੁਣ ਜਿਹੜੇ ਜੋਗੀ ਸਨ ਇਹਨਾਂ ਕੋਲ ਰਿੱਧੀਆਂ ਸਿੱਧੀਆਂ ਸਨ ਤੇ ਇਹ ਆਕਾਸ਼ਾਂ ਵਿੱਚ ਵੀ ਉੱਡ ਜਾਂਦੇ ਸੀ। ਆਪ ਜੀ ਨੂੰ ਪਤਾ ਹੋਣਾ, ਇੱਕ ਵਾਰੀ ਇਹਨਾਂ ਜੋਗੀਆਂ ਨੇ ਬਾਬੇ ਨਾਨਕ ਨੂੰ ਕਿਹਾ, ਜਦੋਂ ਇਹ ਬਟਾਲੇ ਹੀ ਗਏ ਹਨ, ਆਪਣਾ ਚੇਲਾ ਬਣਾਉਣ ਦੀ ਕੋਸ਼ਿਸ਼ ਕੀਤੀ। ਬਾਬਾ ਜੀ ਨੇ ਕਿਹਾ ਵੀ ਸਾਡਾ ਤਾਂ ਇੱਕੋ ਹੀ ਗੁਰੂ ਪਰਮੇਸ਼ਰ ਹੈ, ਸਾਨੂੰ ਕਿਸੇ ਦਾ ਚੇਲਾ ਬਣਨ ਦੀ ਲੋੜ ਨਹੀਂ, ਪਰ
ਇਹਨਾਂ ਦੀ ਬੜੇ ਲੰਮੇ ਸਮੇਂ ਤੋਂ ਦੁਨੀਆ 'ਚ ਪੈਂਠ ਪਈ ਹੋਈ ਸੀ, ਦੁਨੀਆ ਇਹਨਾਂ ਨੂੰ ਮੰਨਦੀ ਸੀ। ਪਰ ਬਾਬੇ ਨਾਨਕ ਨੇ ਇਹਨਾਂ ਦਾ ਜਿਹੜਾ ਬਿਸਤਰਾ ਗੋਲ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਭਾਵ ਪਖੰਡ ਦੀ ਕਰਮਕਾਂਡਾਂ ਦੇ ਭਾਂਡੇ ਭਰਨੇ ਸ਼ੁਰੂ ਕਰ ਦਿੱਤੇ ਸੀ। ਇਸ ਕਰਕੇ ਗੁੱਸਾ ਤਾਂ ਆਉਂਦਾ ਹੀ ਹੈ ਭਾਈ, ਜਦੋਂ ਕਿਸੇ ਦੀ ਸਾਲਾਂ ਦੀ ਜਿਹੜੀ ਹੈ ਬਣਾਈ ਹੋਈ ਨਾਮ ਤੇ ਉਹ ਖਤਮ ਹੋਵੇ। ਤੇ ਇਹਨਾਂ ਨੇ ਉਸ ਵੇਲੇ ਬਾਬੇ ਨਾਨਕ ਦੇ ਸਾਹਮਣੇ ਉੱਡਣਾ ਸ਼ੁਰੂ ਕੀਤਾ ਆਕਾਸ਼ ਵਿੱਚ। ਤੇ ਬਾਬੇ ਨਾਨਕ ਨੂੰ ਕਹਿੰਦੇ, ਵੇਖ ਸਾਡੇ ਸਿਰ ਤਾਂ ਐਂ ਉੱਡ ਜਾਂਦੇ ਆ, ਤੂੰ ਉੱਡ ਕੇ ਵਿਖਾ। ਬਾਬਾ ਜੀ ਕਹਿੰਦੇ ਵੀ ਮੈਨੂੰ ਉੱਡਣਾ ਨਹੀਂ ਆਉਂਦਾ। ਕਹਿੰਦੇ ਵੇਖ ਜਾਂ ਤਾਂ ਸਾਡਾ ਚੇਲਾ ਬਣ ਜਾ ਜਾਂ ਉੱਡ ਕੇ ਵਿਖਾ। ਕਹਿੰਦੇ ਨਾ ਬਈ ਅਸੀਂ ਤਾਂ ਨਹੀਂ ਉੱਡਦੇ। ਜਦੋਂ 2 ਵਾਰੀ ਪਾਤਸ਼ਾਹ ਜੀ ਨੇ ਪੋਲਾ ਜਾ ਕਹਿਤਾ ਵੀ ਸਾਨੂੰ ਤਾਂ ਉੱਡਣਾ ਨਹੀਂ ਆਉਂਦਾ, ਅਸੀਂ ਤਾਂ ਨਹੀਂ ਉੱਡਦੇ, ਉਹ ਥੋੜ੍ਹੇ ਜਿਹੇ ਹੋਰ ਸਖਤ ਹੋ ਗਏ। ਜਦੋਂ ਵਾਰ-ਵਾਰ ਬਾਬਾ ਨਾਨਕ ਜੀ ਨੂੰ ਕਹਿਣ ਲੱਗੇ ਤੂੰ ਸਾਨੂੰ ਉੱਡ ਕੇ ਵਿਖਾ, ਤੇ ਬਾਬਾ ਜੀ ਕਹਿੰਦੇ ਮੈਂ ਤਾਂ ਨਹੀਂ ਉੱਡਦਾ। ਫਿਰ ਸਾਹਮਣੇ ਲੱਕੜ ਦੀਆਂ ਖੜਾਵਾਂ ਪਈਆਂ ਸੀ, ਲਾ ਕੇ ਰੱਖੀਆਂ ਪੈਰਾਂ 'ਚ। ਉਹ ਖੜਾਮ ਦੇ ਵੱਲ ਨਿਗਾਹ ਕਰਕੇ ਕਹਿੰਦੇ ਸੁਣੀਏ ਖੜਾਮ ਹਮਾਰੀ, ਹੋਈਏ ਆਕਾਸ਼ਚਾਰੀ, ਜਾ ਫਿਰ ਤੂੰ ਜਾ ਉੱਡ ਕੇ ਵਿਖਾ ਇਹਨਾਂ ਨੂੰ। ਉਹ ਲੱਕੜ ਦੀ ਖੜਾਮ ਤੇ ਜੋਗੀਆਂ ਦੇ ਸਿਰ ਘੋਨੇ ਮੋਨੇ। ਚੇਲਾ ਮੁੰਨਣਾ ਸ਼ਾਇਦ ਕੇਸਾਂ ਨੂੰ ਮੁੰਨਣਾ ਹੀ ਕਹਿੰਦੇ ਸੀ ਇਹ ਲੋਕ। ਕੋ ਸਤਨਾਮ ਕੇਸ ਮੁੰਨਦੇ ਨੇ, ਕੰਨ ਪਾੜ ਕੇ ਮੁੰਦਰਾ ਪਾ ਦੇਣੀਆਂ, ਬਗਲੀ ਚਕਾ ਕੇ ਮੰਗਣ ਤੋੜ ਦੇਣਾ। ਲਓ ਜੀ ਗੋਰਖਨਾਥ ਨੇ ਚੇਲਾ ਮੁੰਨ ਲਿਆ, ਕੋ ਸਤਨਾਮ ਸ੍ਰੀ। ਹੁਣ ਸਿਰ ਉਹਨਾਂ ਦੇ ਘੋਣ ਵੋਣਾ ਤੇ ਬਾਬੇ ਨਾਨਕ ਦੀ ਖੜਾਮ ਉੱਡੀ ਆਕਾਸ਼ਾਂ ਵਿੱਚ ਗਈ। ਜਿੱਥੇ ਜੋਗੀ ਉੱਡ ਰਹੇ ਸੀ, ਕੋਈ ਡੰਡੇ 'ਤੇ ਬਹਿ ਕੇ, ਕੋਈ ਕਿਸੇ ਤਰ੍ਹਾਂ, ਕੋਈ ਕਿਸੇ ਤਰ੍ਹਾਂ, ਤੇ ਉਹ ਖੜਾਮ ਜਾ ਕੇ ਉਹਨਾਂ ਦੇ ਸਿਰ ਵਿੱਚ ਵੱਜਣੀ ਸ਼ੁਰੂ ਹੋਈ। ਕੋ ਸਤਨਾਮ ਸੀ। ਇਸ ਤਰ੍ਹਾਂ ਜਦੋਂ ਘੋਨੇ ਸਿਰਾਂ ਦੇ ਵਿੱਚ ਉਹ ਖੜਾਮ ਵੱਜਣੀ ਸ਼ੁਰੂ ਹੋਈ ਤੇ ਉਹਨਾਂ ਨੂੰ ਵੀ ਫਿਰ ਸਾਰੀ ਭਗਤੀ ਭੁੱਲ ਗਈ, ਉਹ ਨਿਜਤੀਆਂ ਦੀਆਂ ਖਤਮ ਹੋ ਗਈਆਂ, ਸਾਰੇ ਥੱਲੇ ਡਿੱਗ ਪਏ। ਫਿਰ ਇਹਨਾਂ ਜੋਗੀਆਂ ਵਿੱਚੋਂ 5 ਜੋਗੀ ਬਹੁਤ ਵਧੀਆ ਸਨ। ਇੱਕ ਘੁੱਗੂਨਾਥ, ਇੱਕ ਮੰਗਲਨਾਥ, 3 ਹੋਰ ਸੀ। ਇਹ 5 ਜੋਗੀ ਵਧੀਆ ਸੀ। ਤੇ ਮੰਗਲਨਾਥ ਹੱਸਣ ਲੱਗਿਆ, ਕਹਿੰਦਾ ਸੌਖੇ ਹੋ, ਬਾਬੇ ਨਾਨਕ ਦੇ ਨਾਲ ਤੁਸੀਂ ਈਰਖਾ ਕਰਕੇ ਬਣਾ ਲਿਆ ਚੇਲਾ। ਫਿਰ ਨੀਵੀਆਂ ਪਾ ਕੇ ਬਹਿ ਗਏ, ਫਿਰ ਹਾਰ ਗਏ। ਫਿਰ ਪੁੱਛਦੇ ਆ ਜੱਸੋ ਵੀ ਸਾਡਾ ਉਧਾਰ ਕਿਵੇਂ ਹੋਵੇਗਾ। ਫਿਰ ਬਾਬਾ ਜੀ ਨੇ ਇਹ ਬਚਨ ਉੱਥੇ ਉਹਨਾਂ ਨੂੰ ਗੁਰਮਤਿ ਦੇ ਗਿਆਨ ਦੇ ਬਖਸ਼ਿਸ਼ ਕੀਤੇ ਸੀ। ਉਹ ਸਿੱਧੋ ਜੇ ਕੋਈ ਸਮੇਰ ਪਰਬਤ 'ਤੇ ਜਾ ਕੇ ਗੁਫਾ ਦੇ ਵਿੱਚ ਬੈਠ ਜਾਵੇ, ਗੁਫਾ ਬਣਾ ਕੇ, ਜੇ ਕੋਈ ਧਰਤੀ ਦੇ ਵਿੱਚ, ਪਾਣੀ ਦੇ ਵਿੱਚ, ਪਤਾਲਾਂ ਦੇ ਵੀ ਜਾ ਕੇ ਬੈਠ ਜਾਵੇ ਜਲ ਧਾਰੇ ਕਰਨ ਵਾਸਤੇ, ਕਹਿ ਵਿੱਚ ਧਰਤੀ, ਕੋਈ ਧਰਤੀ ਵਿੱਚ ਟੋਹਾ ਪੱਟ ਕੇ ਬੈਠ ਜਾਵੇ, ਕਹਿ ਆਕਾਸ਼ੀ ਧਰਤੀ, ਜੇ ਕੋਈ ਆਕਾਸ਼ਾਂ ਵਿੱਚ ਵੀ ਉੱਡ ਜਾਵੇ, ਜੇ ਕੋਈ ਆਕਾਸ਼ਾਂ ਦੇ ਵਿੱਚ ਆਪਣੇ ਆਪ ਨੂੰ ਲੈ ਜਾਵੇ, ਇਸ ਤਰ੍ਹਾਂ ਸੰਕਲਪਾਂ ਦੀ ਕੁਟੀਆ ਬਣਾ ਕੇ ਆਕਾਸ਼ਾਂ ਦੇ ਵਿੱਚ ਰਹਿੰਦਾ ਸੀਗਾ ਵਸ਼ਿਸ਼ਟ ਮੁਨੀ। ਜੇ ਕੋਈ ਨੌਖ ਰਾਜੇ ਵਾਂਗੂ ਆਕਾਸ਼ਾਂ ਦੇ ਵਿੱਚ ਸਵਰਗਾਂਪੁਰੀ ਵੀ ਜਾ ਰਹੇ, ਸਿਰ ਨੂੰ ਹੇਠਾਂ ਕਰਕੇ ਕੋਈ ਕਪਾਲੀ ਆਸਣ ਲਾ ਲਵੇ, ਭਾਵ ਮੂਧਾ ਹੋ ਕੇ ਖੜਾ ਰਵੇ, ਸਿਰ ਦੇ ਸਹਾਰੇ ਪੈਰ ਤਾਹਾਂ ਕਰਕੇ, ਕੋਈ ਕਪਾਲੀ ਆਸਣ ਲਾ ਕੇ ਸਿਰ ਪਰ ਖੜੇ ਰਹੀਏ। ਇਸ ਤਰ੍ਹਾਂ ਕਰਨ ਦੇ ਨਾਲ ਵੀ ਬਿਰਛਾਂ ਦੇ ਨਾਲ ਬੰਨ੍ਹ ਕੇ, ਦਰਖਤਾਂ ਨਾਲ ਬੰਨ੍ਹ ਕੇ ਆਪਣੇ ਆਪ ਨੂੰ ਉਹ ਸਿਰ ਦੇ ਭਾਰ ਖੜੇ ਰਹਿੰਦੇ ਆ। ਐਸੇ ਵੀ ਸਾਧ ਹਨ ਸੰਤ ਸਮੂਹ ਅਨੇਕ ਮਤੀ ਕੇ ਪਰ। ਦਸਵੇਂ ਪ੍ਰੀਤਮ ਕਹਿੰਦੇ ਸਾਰੀ ਦੇਸ਼ ਕੋ ਦੇਖ ਰਹੇ ਹੋ ਮਤ, ਕੋ ਨਾ ਦੇਖੇ ਪ੍ਰਾਣਪਤੀ ਕੇ। ਰੱਬ ਨਾਲ ਕੋਈ ਨਹੀਂ ਜੁੜਿਆ ਹੋਇਆ, ਸਾਰੇ ਕਰਮਕਾਂਡਾਂ ਵਿੱਚ ਫਸੇ ਹੋਏ ਆ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਭਾਵੇਂ ਕੋਈ ਪੁੱਠਾ ਲਮਕਦਾ ਰਵੇ ਦਰਖਤਾਂ ਦੇ ਨਾਲ, ਭਾਵੇਂ ਉਰਦ ਰਹਾ ਸਿਰ ਭਾਰ, ਪੁਰ ਕਰ ਕਾਇਆ ਕੱਪੜ ਪਹਿਰਾ, ਭਾਵੇਂ ਕੋਈ ਕਾਪੜੀ ਭੇਖ ਧਾਰਨ ਕਰ ਲਈਏ। ਕਾਪੜੀ ਇੱਕ ਭੇਖ ਹੈ, ਹੱਥਾਂ ਦੇ ਵਿੱਚ ਵੀ ਸਤਾਨੇ, ਅੱਖਾਂ ਉੱਤੇ ਵੀ ਪੜਦਾ, ਪੈਰਾਂ ਜਰਾਬਾਂ, ਮੂੰਹ ਨੂੰ ਵੀ ਕੱਪੜੇ ਨਾਲ ਢੱਕ ਕੇ ਰੱਖਣਾ, ਪਰ ਸਰੀਰ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਢੱਕਣਾ, ਉਹਨੂੰ ਕਾਪੜੀ ਕਹਿੰਦੇ ਆ। ਕਾਪੜੀ, ਕੌਤੇ ਜਾਂ ਗੂਤਾ,
ਪੰਜਵੇਂ ਪਾਤਸ਼ਾਹ ਜੀ ਨੇ ਵੀ ਇਸ ਸ਼ਬਦ ਨੂੰ ਬਾਣੀ ਵਿੱਚ ਲਿਖਣਾ ਕੀਤਾ ਹੈ ਕਿ ਇਸ ਤਰ੍ਹਾਂ ਦੇ ਅਨੇਕਾਂ ਹੀ ਕਰਮਕਾਂਡ ਪਖੰਡ ਹਨ, ਪਰ ਇਹ ਰੱਬ ਨੂੰ ਨਹੀਂ ਪਾ ਸਕੇ, ਇਹ ਅਸਲੀਅਤ ਤੋਂ ਭਟਕ ਗਏ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਵੇਂ ਕੋਈ ਸਰੀਰ ਨੂੰ ਪੈਰ ਤੋਂ ਲੈ ਕੇ ਸਿਰ ਤੱਕ ਕੱਪੜਿਆਂ ਨਾਲ ਢੱਕ ਕੇ ਰੱਖੇ, ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾਂ ਸਦਾ ਕਾਰ। ਔਰ ਭਾਵੇਂ ਕੋਈ ਆਪਣੇ ਸਰੀਰ ਨੂੰ ਵਾਰ-ਵਾਰ ਧੋਂਦਾ ਰਹੇ, ਧੋਣਾ ਬਾਹਰੀ ਤੌਰ 'ਤੇ ਵੀ ਹੈ, ਧੋਣਾ ਅੰਦਰੂਨੀ ਤੌਰ 'ਤੇ ਵੀ ਹੈ। ਜਿਹੜਾ ਅੰਦਰੋਂ ਧੋਂਦੇ ਆ ਉਹ ਨੇਤੀ ਧੋਤੀ ਹੁੰਦੀ ਆ। ਹਿੰਦੂ ਮਤ ਵਿੱਚ ਰਾਮਦੇਵ ਇਹੋ ਜਿਹੇ ਕੰਮ ਹੀ ਸਿਖਾਉਂਦਾ, ਪਰ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ 'ਤੇ ਕੱਟ ਮਾਰਿਆ, ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ। ਨੇਤੀ ਧੋਤੀ ਕੀ ਹੈ? 2-2.5 ਮੀਟਰ ਦੀ ਲੀਰ ਲੈ ਕੇ ਮਲਮਲ ਦੀ ਉਹਨੂੰ ਚੱਬੀ ਜਾਣਾ, ਚੱਬੀ ਜਾਣਾ, ਚੱਬੀ ਜਾਣਾ, ਪੇਟ ਵਿੱਚ ਟਿਕਾ ਜਾਣੀ, ਸਾਬਤੀ ਅੰਦਰ ਲੰਘਾ ਜਾਣੀ, ਫਿਰ ਉਹਨੂੰ ਬਾਹਰ ਕੱਢਣਾ, ਫਿਰ ਇੱਧਰੋਂ ਪਾਣੀ ਪਾ ਕੇ ਨਾਸਕਾਂ ਨੂੰ ਇੱਧਰ ਦੀ ਸਾਫ਼ ਕਰਨਾ। ਇਹ ਕਹਿੰਦੇ ਆ ਨੇਤੀ ਧੋਤੀ। ਔਰ ਪੰਜਵੇਂ ਪਾਤਸ਼ਾਹ ਨੇ ਇਸ ਬਚਨ ਨੂੰ ਲਿਖਿਆ ਆਪਣੀ ਬਾਣੀ ਵਿੱਚ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ। ਵੇਦਾਂ ਦੇ ਪਾਠ ਵੀ ਕੀਤੇ, ਵਿਚਾਰਾਂ ਵੀ ਕੀਤੀਆਂ, ਨਿਉਲੀ ਕਰਮ ਵੀ ਕੀਤੇ, ਪੁੱਠੇ ਸਿੱਧੇ ਵੀ ਲਮਕੇ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ। ਪੰਜ ਜਣਾ ਸਿਓ ਸੰਗ ਨ ਛੁਟਕਿਓ। ਆ ਪੰਜ ਵਿਕਾਰ ਤਾਂ ਟੁੱਟੇ ਨਹੀਂ, ਨਾ ਹੰਕਾਰ ਘਟਿਆ, ਨਾ ਕਾਮ ਘਟਿਆ, ਨਾ ਕ੍ਰੋਧ ਘਟਿਆ, ਨਾ ਲੋਭ ਘਟਿਆ, ਨਾ ਮੋਹ ਘਟਿਆ। ਇਹ ਕਰਨ ਦੇ ਨਾਲ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਦੋ ਅਰਥ ਹੈ ਇਹਦੇ। ਇੱਕ ਅਰਥ ਜੇ ਕੋਈ ਕਹੇ ਕਿ ਮੈਂ ਆਪਣੇ ਆਪ ਨੂੰ ਸੁੱਚਾ ਕਰ ਲਾਂ, ਇਹ ਸੁੱਚਾ ਹੋ ਹੀ ਨਹੀਂ ਸਕਦਾਗਾ। ਇੰਦਰੀ ਕੀ ਝੂਠ ਉਤਰਸ ਨਾਹੀ, ਬ੍ਰਹਮ ਅਗਨ ਕੇ ਲੂਠੇ। ਇੰਦਰੀਆਂ ਨੂੰ ਕਿਵੇਂ ਸੁੱਚੀਆਂ ਕਰੇਗਾ? ਕੰਨਾਂ ਵਿੱਚੋਂ ਮੈਲ ਨਿਕਲਦੀ ਹੈ, ਅੱਖਾਂ ਵਿੱਚੋਂ ਗੱਡ ਨਿਕਲਦੀ ਹੈ, ਜੀਭ ਵੀ ਸੁੱਚੀ ਨਹੀਂ ਹੋ ਸਕਦੀ, ਨਾਸਕਾ ਵੀ ਗੰਦੀ ਰਹਿੰਦੀ ਹੈ, ਇਹ ਨੌਂ ਦੁਆਰੇ ਗੰਦੇ ਰਹਿੰਦੇ ਆ, ਕਿਵੇਂ ਸੁੱਚੇ ਕਰੇਗਾ ਤੂੰ? ਭਾਵ ਇਹਨਾਂ ਦਾ ਕਰਮ ਹੈ ਜਿਹੜਾ ਉਹ ਚੱਲਦਾ ਰਹਿਣਾ, ਉਹਨੂੰ ਕੌਣ ਬੰਦ ਕਰ ਸਕਦਾ? ਕੁਦਰਤ ਨੂੰ। ਤੇ ਦੂਸਰਾ ਅਰਥ ਹੈ ਸੁੱਚਤਾ ਦੇ ਨਾਲ, ਜੇ ਕੋਈ ਤੀਰਥਾਂ 'ਤੇ ਨਹਾ ਕੇ ਕਹੇ ਕਿ ਮੈਂ ਸੁੱਚਾ ਹੋ ਗਿਆ ਪਰ ਅੰਦਰੋਂ ਵਿਕਾਰ ਨਾ ਛੱਡੇ, ਤਾਂ ਫਿਰ ਕੋਈ ਫਾਇਦਾ ਨਹੀਂ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਿੰਨਾ ਚਿਰ ਅੰਦਰਲਾ ਗਿਆਨ ਪ੍ਰਾਪਤ ਨਹੀਂ ਹੁੰਦਾ, ਫਿਰ ਬਾਹਰੀ ਕਰਮ ਕਰਨ ਨਾਲ ਕੋਈ ਫਾਇਦਾ ਨਹੀਂ ਹੋਣਾ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ। ਪੰਜ ਜਣਾ ਸਿਓ ਸੰਗ ਨਾ ਛੁਟਕਿਓ, ਅਦ ਕੇ ਅਹਮ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਇਸ ਤਰ੍ਹਾਂ ਨਹੀਂ ਮਿਲ ਸਕਦੇ। ਮੈਂ ਕੀਏ ਕਰਮ ਅਨੇਕਾ, ਫਿਰ ਮਿਲੀਏ ਕਿਵੇਂ? ਹਾਰ ਭਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ। ਗੁਰੂ ਤੋਂ ਗਿਆਨ ਲੈ ਕੇ, ਗਿਆਨ ਦੇ ਨਾਲ ਹੀ ਫਾਇਦਾ ਹੋਣਾ। ਕਿਸੇ ਨੂੰ ਮਾਸਟਰੀ ਦਾ ਗਿਆਨ ਹੈ, 4 ਪੈਸੇ ਕਮਾਉਂਦਾ, ਡਾਕਟਰੀ ਦਾ ਗਿਆਨ ਹੈ, 4 ਪੈਸੇ ਕਮਾ ਰਹੇ ਆ। ਸਾਨੂੰ ਕਥਾ ਦਾ ਗਿਆਨ ਹੈ, ਕਿਸੇ ਨੂੰ ਕੀਰਤਨ ਦਾ ਗਿਆਨ ਹੈ, ਕਿਸੇ ਨੂੰ ਗ੍ਰੰਥੀ ਦਾ ਗਿਆਨ ਹੈ, ਕਿਸੇ ਨੂੰ ਪਾਠੀ ਦਾ ਗਿਆਨ ਹੈ, ਕਿਸੇ ਨੂੰ ਖੇਤੀਬਾੜੀ ਦਾ ਗਿਆਨ ਹੈ, ਕਿਸੇ ਨੂੰ ਵਰਕਸ਼ਾਪਾਂ ਦਾ ਗਿਆਨ ਹੈ, ਕਿਸੇ ਨੂੰ ਲੱਕੜ ਦਾ ਗਿਆਨ ਹੈ, ਕਿਸੇ ਨੂੰ ਇੱਟਾਂ ਦਾ ਗਿਆਨ ਹੈ। ਉਹ ਗਿਆਨ ਤਾਂ 4 ਪੈਸੇ ਕਮਾ ਸਕਦਾ, ਲੇਕਿਨ ਕਾਰ ਕਮਾਂਡਾਂ ਨਾਲ ਨਹੀਂ, ਕਹੋ ਸਤਨਾਮ ਕਰਮਕਾਂਡਾਂ ਦੇ ਨਾਲ ਨਹੀਂ। ਹਾਰ ਭਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ। ਅਖੀਰ ਗੁਰੂ ਦੇ ਦਰ 'ਤੇ ਆ ਕੇ ਡਿੱਗਿਆ ਕਿ ਮੈਨੂੰ ਗਿਆਨ ਦੀ ਬੁੱਧੀ ਬਖਸ਼ੋ, ਮੈਂ ਕਰਾਂ ਕੀ? ਤੇ ਸਤਿਗੁਰੂ ਪਾਤਸ਼ਾਹ ਸ੍ਰੀ ਸ਼ਬਦ ਦੇ ਵੀ ਸਾਰੇ ਕਰਮਕਾਂਡ ਲਿਖ ਕੇ ਅਖੀਰ 'ਤੇ ਲਿਖਦੇ ਆ, ਸੰਗਤ ਜੈਸੀ ਸੰਗਤ ਵੈਸੀ ਰੰਗਤ। ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ। ਜਿਸ ਪੁਰਬ ਲਿਖੇ ਕਾ ਲੈਣਾ। ਕਿਸੇ ਨੇ ਮਾਸਟਰ ਦੀ ਸੰਗਤ ਕੀਤੀ, ਮਾਸਟਰ ਬਣ ਗਿਆ। ਡਾਕਟਰ ਦੀ ਸੰਗਤ ਕੀਤੀ, ਡਾਕਟਰ ਬਣ ਗਿਆ। ਵਰਕਸ਼ਾਪ ਵਾਲੇ ਮਿਸਤਰੀ ਸੰਗਤ ਕੀਤੀ, ਮਿਸਤਰੀ ਬਣ ਗਿਆ। ਇਸੇ ਤਰ੍ਹਾਂ ਇੱਕ ਉਹ ਸੰਗਤ ਹੈ ਤੇ ਇੱਕ ਗੁਰੂ ਦੀ ਸੰਗਤ ਹੈ, ਉਹ ਜੰਮਣ ਮਰਨ ਚੋਂ ਨਿਕਲ ਗਿਆ। ਕਹੋ ਸਤਨਾਮ ਸੀ। ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ। ਜਿਸ ਪੁਰਬ ਲਿਖੇ ਕਾ ਲੈਣਾ। ਬਾਬਾ ਜੀ ਨੂੰ ਪੁੱਛਦੇ ਹਨ ਫਿਰ ਕੀ ਕਰੀਏ ਮਹਾਰਾਜ? ਕੱਪੜੇ ਪਾ ਕੇ ਰੱਖੀਏ, ਸਰੀਰ ਢੱਕ ਕੇ ਰੱਖੀਏ? ਕਹਿੰਦੇ ਭਾਵੇਂ ਕੋਈ ਢੱਕ ਕੇ ਰੱਖੇ ਸਿਰ ਤੋਂ ਪੈਰਾਂ ਤੱਕ, ਭਾਵੇਂ ਧੋਵਾਂ ਸਦਾ ਕਾਰ। ਭਾਵੇਂ ਸਰੀਰ ਨੂੰ ਹਮੇਸ਼ਾ ਧੋਂਦਾ ਰਹੇ, ਅੰਦਰੋਂ ਬਾਹਰੋਂ, ਨੇਤੀ ਧੋਤੀ ਦੇ ਨਾਲ, ਬਾਹਰੀ ਤੌਰ 'ਤੇ। ਧੋਵਾਂ ਸਦਾ ਕਾਰ, ਬੱਗਾ ਰੱਤਾ ਪੀਅਲਾ ਕਾਲਾ। ਹੁਣ ਇੱਥੇ ਰੰਗਾਂ ਦੀ ਗੱਲ ਆ ਗਈ। ਕਰਮਕਾਂਡੀ ਪੰਡਿਤ ਹੋ ਕੇ ਬੱਗਾ
चिट्टा लाल काला पीला आदि इन्हां रंगां दे लिबास दे बारे भी पुकार करदा है। भाव धर्म दे तरह हिंदू मत वाले जिहड़े ब्राह्मण लोग आ चिट्टे कपड़े पाउंदे है, कोई काले पाउंदे आ। मुसलमानी मत विच काले कपड़े नूं पहल दित्ती जांदी है। साडी मत विच सुनहरी कपड़ा वरतिया गया है, पंज प्यारे पीले कपड़े पाउंदे आ। इसे तरह ही गुरु प्यारिओ देवियां दे उत्ते लाल रंग का कपड़ा पाया जाता हिंदू मत विच, पर बाबा जी कहते रंगां नाल भी उहदा कोई तलक नहीं हैगा। को सतनाम इस चीज़ तो भी परे आहो, रंगां तो भी परे है। सभे रंग नरायने, सारे रंग ही उहदे है। वो रंगां विच नहीं वजिया होया, वो रंगां तो बाहर है, वो निर्गुण है। चक्कर चिन्ह यार वर्ण जात यार पात नहन जे रंग रूप या रेख भेख को कह न सकत के, वो किसी रंग ते खुश नहीं हुंदा। सच कहो सुन लिहो सब है जिन प्रेम कियो ते नहीं प्रभायो, तो प्रेम दे विच वसदा है, वो होर किते नहीं वसदा। इस करके भावें कोई शरीर नूं कपड़ियां नाल ढक के रखे, भावें कोई शरीर नूं दिन रात पानी नाल धोंदा रहे, भावें कोई है चार तरह के रंगां दे विच वज्जिया होया, कोई बग्गे चिट्टे पावे, कोई लाल पावे, कोई पीले पावे, कोई काले पावे, उच्ची पुकार पुकार के कहन लगे इन्हां कपड़ियां दे नाल जुड़े होए आ लोग, इन्हां नूं पहन के वेदां नूं पढ़ना करदे हन। इस तरह गुरु प्यारिओ सतगुरु पातशाह जी कहते वो इन्हां रंगां च नहीं फसिया होया, इन्हां रंगां ते खुश नहीं हुंदा। जे रंगां की गल करिए तो सारे रंग ही उस परमेश्वर दे हन। सतगुरु पातशाह जी बख्श करते हैं अगे, बग्गा रत्ता पीला काला बेदां करी पुकार। पंडितां दे विच कई तरह के कर्म कांड है। इस वेले आ कपड़ा पाउणा चाहिए, इस वेले आ रंग पाउणा चाहिए। जिवें चलो विआह दे विच आपां लाल रंग पाउणे आ, लड़की नूं बच्ची नूं लाल रंग के कपड़े पहनाए जाते हैं खास करके। तो वो लाल रंग के बारे भी गुरु साहब ने कहा ये लाल रंग नहीं सीगा। असल लाल रंग तिसको लगा जिसके वडभागा, मैला कदे ना होवी ना लागे दागा। वो लाल रंग सी मालक दा प्यार, मालक दा प्रेम। जिन्हों वो प्रेम का रंग चढ़ गया वो नहीं लैंदा। इन्हां रंगां दे विच भी रब नहीं मिलता। होए कुचील रहा मल तारी। फिर सिद्ध कहते अच्छा फिर गंदे रहिए, ये भी ठीक आ, गंदे ही रहिए। फिर जिमें घोरी साध रहिंदे आ, कुत्तियां दे नाल ही खांदे पींदे आ, कई बारी नहाउंदे धोंदे भी नहीं, कपड़े भी गंदे उवें मिट्टी 'च बैठे रहंदे आ। कि ऐदां रब मिल सकदा है? बाबा जी कहंदे इदां भी नहीं मिलना। को सतनाम श्री, इदां भी नहीं मिलना। 10वें पातशाह ने पूछया महाराज किवें मिलूगा? वो कहंदे अल्प आहार, थोड़ा जा खाना है, वर्त नहीं रखना, भुखे नहीं रहना। अल्प आहार, सुलपसी निंद्रा। कई सिद्ध जोगी लगातार जागते न, सौंदे नहीं, जब नींद आउंदी अखां ते पानी मारते आ। कहते नहीं सौना भी चाहिए, शरीर दीयां लोड़ां शरीर नूं देनियां चाहिदियां। अल्प आहार, सुलपसी निंद्रा, दया क्षमा तन प्रीत। जीवां ते दया भी करनी चाहिए, क्षमा निमरता माफ भी करना चाहिए। सील संतोख सदा निर्वाह, वो सबर संतोख भी रखना चाहिए। हवै वो त्रै गुण अतीत, तिन्ना गुणा तो उच्ची उठो। रजो तमो सतो, काम तो लोमो अहंकार, इन्ना विकारां तो उच्ची उठो। हवै वो त्रै गुण अतीत, काम क्रोध अहंकार लोभ हठ मोह ना मन से लियावै। इन्हां नूं मन तो दूर रखो, तब ही आत्म तत् को दर्शै परम पुरख के पावे। फिर तुसी अपने आप नूं भी देख सकते हो, परमेश्वर नूं भी पा सकते हो। ये 10वें प्रीतम जी ने बचन किए। सतगुरां ने साइंटिफिक ढंग नाल दुनिया का मार्गदर्शन किया। गुरु प्यारिओ प्रीतम जी कहते, वो कहते फिर जी गंदे रह के मिल जूगा जिवें घोरी साध रहिंदे आ। होए कुचील रहा मल धारी, दुरमत मत विकार। कहते बाहरों गंदा नहीं, बंदा अंदरों भी गंदा हो चुके है। मत विच दुरमत माड़ी मत फैल चुकी है। फिर महाराज मैं की करा, असी किवें परमेश्वर नूं पा सकते हैं?
ਤੁਸੀਂ ਤਾਂ ਇਹ ਸਾਰਾ ਕੁਝ ਹੀ ਕੱਟ ਦਿੱਤਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਬ੍ਰਹਮ ਦੀ ਵਿਚਾਰ ਕਰਨ ਵਾਲੇ ਨਾ ਹੋ ਮੈਂ ਕੁਛ ਵੀ ਨਹੀਂ ਹਾਂ, ਨਾ ਹੋ ਨਾ ਮੈਂ, ਨਾ ਹੋ ਹੋਵਾਂ ਨਾ ਮੈਂ, ਪਹਿਲਾਂ ਸੀ ਕੁਛ ਨਾ ਅੱਜ ਹਾਂ ਨਾ ਕੱਲ ਨੂੰ ਕੁਛ ਰਹਾਂਗਾ। ਆ ਜਿਹੜੇ ਆਪਾਂ ਜੰਮੇ ਆ, ਕੀ ਜੰਮਣ ਤੋਂ ਪਹਿਲਾਂ ਆਪਾਂ ਸੀਗੇ? ਨਹੀਂ ਸੀਗੇ। ਕੱਲ ਨੂੰ ਮਰ ਜਾਵਾਂਗੇ, ਮਰਨ ਤੋਂ ਬਾਅਦ ਵੀ ਆਪਾਂ ਨਹੀਂ ਹੋਵਾਂਗੇ। ਤਾਂ ਆਪਣੇ ਉਸ ਸੂਖਮ ਸਰੂਪ ਨੂੰ ਯਾਦ ਕਰੋ। ਤੁਸੀਂ ਉਸ ਪਰਮੇਸ਼ਰ ਦੀ ਅੰਸ਼ ਹੋ ਜਿਹੜੇ ਦਾ ਸਰੂਪ ਹੈ ਚੱਕਰ ਚਿਹਨ ਅਰ ਵਰਨ ਜਾਤਿ ਅਰ ਪਾਤ ਨਾਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ। ਤੁਸੀਂ ਸਦਾ ਰਹਿਣ ਵਾਲੇ ਹੋ, ਤੁਸੀਂ ਕਦੇ ਮਰਨ ਵਾਲੇ ਨਹੀਂ। ਅਨੁਭਵ ਪ੍ਰਕਾਸ਼, ਅਨੁਭਵ ਦੇ ਵਿੱਚੋਂ ਉਹਨੂੰ ਜਾਣਿਆ ਜਾ ਸਕਦਾ। ਅਮਿਤੋਜ ਕਹਿਜੈ ਜਿਹਦੀ ਕੀਮਤ, ਜਿਸ ਦੀ ਤਾਕਤ ਨੂੰ ਕੋਈ ਅੰਤ ਨਹੀਂ ਹੈ। ਕੋਟ ਇੰਦਰ ਇੰਦਰਾਨ ਸਾਹੋ ਸ਼ਾਹਾਨ ਗਨਿਜੈ, ਤ੍ਰੈ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਵੰਟਨ ਕਹਿਤ ਤਵ ਸਰਬ ਨਾਮ ਕਥੇ ਕਵਨ ਕਰਮ ਨਾ ਬਰਨ ਸੁਮਤ। ਇਸ ਕਰਕੇ ਉਸ ਨੂੰ ਪਾਉਣ ਦੇ ਲਈ ਬਾਬਾ ਨਾਨਕ ਜੀ ਕਹਿੰਦੇ ਹੰਕਾਰ ਨੂੰ ਛੱਡ ਗਏ ਆਪਾਂ ਕੁਛ ਵੀ ਨਹੀਂ। ਕਬੀਰ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ। ਮੇਰਾ ਆਪਣੇ ਆਪ ਨੂੰ ਖਤਮ ਕਰਨਾ ਹੈ। कोई कवि कहना है मिटा दे अपनी हस्ती को, अगर कुछ मर्तबा चाहे तो अपनी हस्ती खत्म कर दे। जे कुछ पदवी पानी चाहना है, जैसे कि दाना खाक में मिलकर गुले गुलजार होता है, जिमें दाना मिट्टी च मिल के अपने वर्गे 17-18 होर पैदा कर जाता है। जिमें 10वें पातशाह जी ने अपना सरवंश वारता, चारे पुत्र वारते, एक भी नहीं रखिया। पर अज उन्हों का 5वां पुत्र खालसा पंथ उन्होंने चों पैदा होया हमेशा नहीं रहेगा। को सतनाम श्री मिटा दे अपनी हस्ती को, अगर कुछ मर्तबा चाहे, जैसे कि दाना खाक में मिलकर गुले गुलजार होता है। तो खैर प्रीतम जी कहते हाँ अपने आप को खत्म कर लो। ना हो ना मैं ना हो होवां, नानक शब्द विचार ब्रह्म दी विचार करो। इस तरह परमेश्वर नूं पाया जा सकता है। महला पहला, वस्त्र पखाल पखाले काया, आपे संजम होवे। इस शब्द की विचार आप कल के दीवाना भी सरवण करांगे। हुण विचारा इत्थे रोकदे आ, अरदास बेनती करांगे, 2 मिनटां की गल है, बैठो। उपरंत अगले 2 शब्द पौड़ी के शब्द की विचार पहले पातशाह धन धन श्री गुरु नानक देव जी महाराज की बख्शिश करते हैं। इसे विषय ते होर विचार जो अचल बटाले दे विच कीती है बाबे नानक ने सिद्धां दे नाल सिद्ध गोष्ठ करदियां होइयां, ये आपां कल नूं सरवण करांगे। हुण इत्थे रोकण दी आग्या बख्शो। बोलदियां नेकां अखर बाद घाट हो जांदे, सिख संगतां ते सतगुरु बख्शण जोग है, बख्श लैना जी। समाप्ति करिए। बुलाओ फतेह पाओ फतेह। वाहिगुरु जी का खालसा, वाहिगुरु जी की फतेह।